ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਮੈਂ ਇੱਕ ਖਾਸ ਪੜਤਾਲ ਇੱਕ ਰਿਪੋਰਟ ਲੈ ਕੇ ਹਾਜ਼ਰ ਹੋਇਆ ਹਾਂ। ਇਸ ਵੀਡੀਓ ਦੇ ਵਿੱਚ ਅੱਜ ਗੱਲ ਕਰਨ ਜਾ ਰਹੇ ਹਾਂ ਅਪਰਾਧ ਜਗਤ ਨਾਲ ਜੁੜੇ ਹੋਏ ਇੱਕ ਐਸੇ ਮਾਮਲੇ ਦੀ ਜਾਂ ਫਿਰ ਅਦਾਲਤਾਂ ਨਾਲ ਜੁੜੇ ਹੋਏ ਇੱਕ ਐਸੇ ਮੁਕੱਦਮੇ ਦੀ ਜੋ ਕਿ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ। ਮਿਸਾਲ ਕੋਈ ਜ਼ਿਆਦਾ ਸ਼ਲਾਘਾਯੋਗ ਕਾਰਵਾਈ ਦੀ ਨਹੀਂ ਹੈ ਬਲਕਿ ਮਿਸਾਲ ਉਸ ਕਛੂਏ ਦੀ ਚਾਲ ਨਾਲ ਤੁਰ ਰਹੇ ਅਦਾਲਤੀ ਮਾਮਲਿਆਂ ਦੀ ਹੈ ਤੇ ਮਿਸਾਲ ਉਸ ਬੇਇਨਸਾਫੀ ਦੀ ਹੈ ਜੋ ਕਿ ਇਸ ਪੂਰੇ ਅਪਰਾਧਿਕ ਮਾਮਲੇ ਦੇ ਵਿੱਚ ਹੋਈ ਹੈ। ਬੇਇਨਸਾਫੀ ਉਸ ਕਾਨੂੰਨ ਵਿਵਸਥਾ ਨਿਆਂਪਾਲਿਕਾ ਤੇ ਉਹਨਾਂ ਤਫਤੀਸ਼ਾਂ ਦੇ ਨਾਲ ਹੀ ਨਹੀਂ ਸਗੋਂ ਇੱਕ ਐਸੇ ਪਰਿਵਾਰ ਦੇ ਨਾਲ ਵੀ ਜਿਸ ਨੇ ਆਪਣੇ ਪਰਿਵਾਰ ਦੇ ਦੋ ਮਹੱਤਵਪੂਰਨ ਜੀਆਂ ਨੂੰ ਖੋਇਆ, ਆਪਣੇ ਇੱਕ ਡਰਾਈਵਰ ਨੂੰ ਖੋਇਆ। ਅਸੀਂ ਗੱਲ ਕਰ ਰਹੇ ਹਾਂ ਇੱਕ ਵਾਰ ਫਿਰ ਉਸ ਵਿਵਾਦਿਤ ਅਫਸਰ IPS ਅਧਿਕਾਰੀ ਸੁਮੇਧ ਸਿੰਘ ਸੈਣੀ। ਸੁਮੇਧ ਸਿੰਘ ਸੈਣੀ ਦੀ ਅਪਰਾਧ ਨਾਲ ਜੁੜੀ ਹੋਈ ਕੁੰਡਲੀ ਬਹੁਤ ਪੁਰਾਣੀ ਹੈ। ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਵੀ 1982 ਦੇ ਬੈਚ ਦਾ ਇਹ ਪੁਲਿਸ ਅਧਿਕਾਰੀ ਜਦ ਤੋਂ IPS ਵਿੱਚ ਆਇਆ ਵਿਵਾਦਾਂ ਦੇ ਨਾਲ ਇਸ ਦਾ ਚੋਲੀ ਦਾਮਨ ਦਾ ਸਾਥ ਰਿਹਾ ਤੇ ਇਸ ਨੇ ਬਹੁਤ ਸੇ ਐਸੇ ਮੁਕਾਬਲੇ ਕੀਤੇ ਕਰਵਾਏ। ਇਸ ਦੀਆਂ ਟੀਮਾਂ ਉੱਤੇ ਬਹੁਤ ਸੇ ਇਲਜ਼ਾਮ ਲੱਗੇ, ਅਣਮਨੁੱਖੀ ਤਸ਼ੱਦਦ ਤੋਂ ਲੈ ਕੇ ਨੌਜਵਾਨਾਂ ਲੋਕਾਂ ਨੂੰ ਮਾਰ ਮੁਕਾਉਣ ਦੇ, ਉਹਨਾਂ ਦੇ ਉੱਤੇ ਜ਼ੁਲਮੋ ਸਿਤਮ ਢਾਉਣ ਦੇ ਕਿ ਉਹਨਾਂ ਦੀ ਮਿਸਾਲਾਂ ਬਹੁਤ ਮਿਲ ਜਾਂਦੀਆਂ ਨੇ। ਲੇਕਿਨ ਅੱਜ ਅਸੀਂ ਇੱਕ ਐਸੇ ਮੁਕੱਦਮੇ ਦੀ ਗੱਲ ਕਰਾਂਗੇ, ਇੱਕ ਐਸੇ ਕੇਸ ਦੀ ਗੱਲ ਕਰਾਂਗੇ, ਉਸ ਦੀ ਤਫਤੀਸ਼ ਦੀ ਗੱਲ ਕਰਾਂਗੇ ਤੇ ਉਸ ਤਫਤੀਸ਼ ਤੋਂ ਪਹਿਲਾਂ ਜੋ ਤਸ਼ੱਦਦ ਇੱਕ ਪਰਿਵਾਰ ਤੇ ਢਾਈ ਗਈ ਉਸ ਦੀ ਗੱਲ ਕਰਾਂਗੇ ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸ ਦੇਸ਼ ਦੀ ਨਿਆਂ ਪ੍ਰਣਾਲੀ ਉੱਤੇ, ਨਿਆਂਪਾਲਿਕਾ ਉੱਤੇ ਇੱਕ ਕਾਲਾ ਧੱਬਾ ਹੈ। ਉਸ ਦੀ ਕਾਰਜਸ਼ੈਲੀ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਤੇ ਸਵਾਲੀਆ ਨਿਸ਼ਾਨ ਹੈ ਸਾਡੇ ਇਸ ਪੂਰੇ ਸਿਸਟਮ ਉੱਤੇ ਕਿ ਇੱਕ IPS, ਇੱਕ ਮੈਨੀਪੂਲੇਟਰ IPS ਅਫਸਰ ਦੇ ਇਸ਼ਾਰੇ ਤੇ ਸਾਡੀ ਅਦਾਲਤ, ਉੱਚ ਨਿਆਂਪਾਲਿਕਾ, ਹਾਈ ਕੋਰਟ ਦੇ ਜੱਜਿਸ ਤੇ ਪੂਰਾ ਵਿਵਸਥਾ ਤੇ ਪੂਰਾ ਤੰਤਰ ਕਿਵੇਂ ਨੱਚਦਾ ਹੈ। ਇਸ ਚੀਜ਼ ਦੀ ਜਿਉਂਦੀ ਜਾਗਦੀ ਮਿਸਾਲ ਇਸ ਪੂਰੀ ਕਹਾਣੀ, ਇਸ ਦੇ ਅਗਲੇ ਤੇ ਪਿਛਲੇ ਪੜਾਵਾਂ ਤੇ ਇਸ ਦੇ ਕਿਰਦਾਰਾਂ ਦੇ ਨਾਲ ਜੋ ਤਰਾਸਦੀ ਹੋਈ ਉਸ ਦੇ ਵਿੱਚ ਬਿਆਨ ਹੁੰਦੀ ਹੈ। ਸੋ ਅੱਜ ਦੀ ਇਸ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਜੋ ਕਿ ਕਹਾਣੀ ਘੱਟ ਤਰਾਸਦੀ ਜ਼ਿਆਦਾ ਹੈ। ਇੱਕ ਅਪਰਾਧਿਕ ਮਾਮਲਾ ਹੈ। 1982 ਦੇ ਵਿੱਚ IPS ਕਰਨ ਤੋਂ ਬਾਅਦ ਸੁਮੇਧ ਸਿੰਘ ਸੈਣੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ SSP ਤੈਨਾਤ ਰਹੇ। ਬਟਾਲਾ ਤੋਂ ਲੈ ਕੇ ਚੰਡੀਗੜ੍ਹ ਤੱਕ ਤੇ ਲੁਧਿਆਣਾ ਤੋਂ ਲੈ ਕੇ ਬਠਿੰਡਾ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਤੌਰ SSP ਸੁਮੇਧ ਸਿੰਘ ਸੈਣੀ ਨੇ ਜਿਹੜੇ ਵੀ ਅੱਤਵਾਦ ਖਿਲਾਫ ਆਪਰੇਸ਼ਨ ਕੀਤੇ ਉਸ ਉੱਤੇ ਕਈ ਕਿਸਮ ਦੇ ਸਵਾਲ ਤੇ ਕਿੰਤੂ ਪਰੰਤੂ ਖੜੇ ਹੁੰਦੇ ਨੇ। ਲੇਕਿਨ ਸੁਮੇਧ ਸਿੰਘ ਸੈਣੀ ਦੀ ਇੱਕ ਸਭ ਤੋਂ ਵਿਵਾਦਿਤ ਜਿਹੜੀ ਸਟੇ ਸੀ ਜਾਂ ਉਹਨਾਂ ਦਾ ਟਰਮ ਸੀ ਬਤੌਰ ਇੱਕ SSP ਉਹ ਸੀ ਲੁਧਿਆਣਾ ਦੇ SSP। 1988 ਤੋਂ 90 ਅਤੇ 92 ਤੋਂ 94 ਇਹ ਦੋ ਛੋਟੀਆਂ-ਛੋਟੀਆਂ ਟਰਮ ਸਨ ਜਦੋਂ ਕਿ SSP ਲੁਧਿਆਣਾ ਦੇ ਤੌਰ ਤੇ ਸੁਮੇਧ ਸਿੰਘ ਸੈਣੀ ਕਾਬਜ਼ ਰਹਿੰਦੇ ਨੇ। ਸੁਮੇਧ ਸਿੰਘ ਸੈਣੀ ਦੀ ਭੈਣ ਮਲਿਕਾ ਦਾ ਵਿਆਹ ਲੁਧਿਆਣਾ ਦੇ ਇੱਕ ਬਿਜ਼ਨਸ ਘਰਾਣੇ ਦੇ ਵਿੱਚ ਹੋਇਆ ਹੁੰਦਾ ਹੈ। ਹਰਭਜਨ ਸਿੰਘ ਉਸ ਦੇ ਪਤੀ ਹੁੰਦੇ ਨੇ। ਹਰਭਜਨ ਸਿੰਘ ਤੇ ਮਲਿਕਾ ਦਾ ਵਿਆਹ ਜ਼ਿਆਦਾ ਲੰਬਾ ਚੌੜਾ ਨਹੀਂ ਚੱਲਦਾ। ਕਿਹਾ ਵੀ ਜਾਂਦਾ ਵੀ ਸੁਮੇਧ ਸਿੰਘ ਸੈਣੀ ਦੇ ਪਿਤਾ ਜੋ ਕਿ ਇੱਕ ਚੀਫ ਇੰਜੀਨੀਅਰ ਹਿਮਾਚਲ ਪ੍ਰਦੇਸ਼ ਦੇ ਵਿੱਚ ਰਹੇ ਹੁੰਦੇ ਨੇ, ਉਹ ਜਦੋਂ ਇਹ ਰਿਸ਼ਤਾ ਟੁੱਟਦਾ ਹੈ ਉਲਟਾ ਉਹ ਲੜਕੇ ਵਾਲਿਆਂ ਨੂੰ ਕਈ ਹਜ਼ਾਰ ਰੁਪਇਆ ਕੰਪਨਸੇਸ਼ਨ ਦਿੰਦੇ ਨੇ। ਹਰਭਜਨ ਨਰਿੰਦਰ ਸੈਣੀ ਦਾ ਭਰਾ ਹੁੰਦਾ ਹੈ ਤੇ ਨਰਿੰਦਰ ਸੈਣੀ ਦੀ ਸ਼ਾਦੀ ਮੀਨਾਕਸ਼ੀ ਸੈਣੀ ਨਾਲ ਹੋਈ ਹੁੰਦੀ ਹੈ। ਮੀਨਾਕਸ਼ੀ ਸੈਣੀ ਸੁਮੇਧ ਸਿੰਘ ਸੈਣੀ ਦੀ ਮਾਸੀ ਹੁੰਦੀ ਹੈ। ਸੁਮੇਧ ਸਿੰਘ ਸੈਣੀ ਮਲਿਕਾ ਦੇ ਟੁੱਟੇ ਹੋਏ ਰਿਸ਼ਤੇ ਲਈ ਕਿਤੇ ਨਾ ਕਿਤੇ ਮੀਨਾਕਸ਼ੀ ਸੈਣੀ ਯਾਨੀ ਕਿ ਆਪਣੀ ਮਾਸੀ ਨੂੰ ਜ਼ਿੰਮੇਵਾਰ ਮੰਨਦਾ ਹੁੰਦਾ ਹੈ। ਇਸ ਦਾ ਸਦਕਾ ਜਦੋਂ ਪਹਿਲੀ ਪੋਸਟਿੰਗ ਉਸ ਦੀ ਲੁਧਿਆਣਾ ਦੇ ਵਿੱਚ 1988 ਦੇ ਵਿੱਚ ਹੁੰਦੀ ਹੈ ਤਾਂ ਸੈਣੀ ਮੋਟਰਸ ਉਹ ਬਿਜ਼ਨਸ ਪਰਿਵਾਰ, ਉਹ ਬਿਜ਼ਨਸ ਆਊਟਫਿਟ ਕੰਪਨੀ ਫਰਮ ਜਿਸ ਦਾ ਕੰਮ ਹੁੰਦਾ ਹੈ ਮਾਰੂਤੀ ਕਾਰ ਜੋ ਕਿ ਮਾਰੂਤੀ 800 ਉਸ ਵਕਤ ਨਵੀਂ ਲਾਂਚ ਹੋਈ ਕਾਰ ਹੁੰਦੀ ਹੈ, ਉਹਨਾਂ ਦੀ ਵਿਕਰੀ ਕਰਨਾ ਜਾਂ ਉਸ ਦੇ ਲਈ ਫਾਈਨਾਂਸ ਅਰੇਂਜ ਕਰਨਾ। ਵੱਖ-ਵੱਖ ਅਪਰਾਧਿਕ ਮਾਮਲੇ ਸੁਮੇਧ ਸਿੰਘ ਸੈਣੀ ਬਤੌਰ SSP ਸੈਣੀ ਮੋਟਰਸ ਜਾਂ ਫਿਰ ਉਹਨਾਂ ਦੇ ਲੋਕਾਂ ਦੇ ਖਿਲਾਫ ਜਿਸ ਵਿੱਚ ਨਰਿੰਦਰ ਸੈਣੀ, ਮੀਨਾਕਸ਼ੀ ਸੈਣੀ ਵੀ ਸ਼ਾਮਲ ਹੁੰਦੇ ਨੇ ਦਰਜ ਕਰ ਲੈਂਦਾ ਹੈ। ਇੱਕ ਬਦਲੇ ਨਾਲ ਭਰੀ ਹੋਈ ਕਾਰਵਾਈ ਹੁੰਦੀ ਹੈ ਜਿਸ ਦੀ ਕਿ ਸਮੀਖਿਆ ਉਸ CBI ਰਿਪੋਰਟ ਦੇ ਵਿੱਚ ਹੋਈ ਹੈ ਜੋ ਕਿ ਬਾਅਦ ਦੇ ਵਿੱਚ AC ਨਾਲ ਜੁੜੇ ਹੋਏ ਇੱਕ ਹੋਰ ਮਾਮਲੇ ਦੇ ਵਿੱਚ ਕੀਤੀ ਗਈ। ਉਹ ਪੜਤਾਲ ਜੋ ਕਿ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕੀਤੀ ਤੇ ਅੱਜ ਵੀ ਅਦਾਲਤ ਵਿੱਚ ਉਸ ਸੰਬੰਧੀ ਚਾਰਜਸ਼ੀਟ ਤੇ ਜਿਹੜੇ ਚਾਰजेस ਨੇ ਉਹ ਬਾਕਾਇਦਾ ਦਰਜ ਕੀਤੇ ਹੋਏ ਨੇ। ਸੁਮੇਧ ਸਿੰਘ ਸੈਣੀ ਦੀ ਰੰਜਿਸ਼ ਦੀ ਵਜ੍ਹਾ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ। ਉਸ ਦੀ ਭੈਣ ਦਾ ਟੁੱਟਿਆ ਹੋਇਆ ਰਿਸ਼ਤਾ, ਉਸ ਦੀ ਸ਼ਾਦੀ ਕਾਮਯਾਬ ਨਾ ਹੋ ਪਾਣਾ ਤੇ ਉਸ ਦੇ ਲਈ ਮੀਨਾਕਸ਼ੀ ਸੈਣੀ ਆਪਣੀ ਹੀ ਮਾਸੀ ਨੂੰ ਸੁਮੇਧ ਸਿੰਘ ਸੈਣੀ ਵੱਲੋਂ ਇਸ ਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਮੰਨਿਆ ਜਾਣਾ। 1988 ਤੋਂ ਲੈ ਕੇ 90 ਤੱਕ ਕਈ ਮੁਕੱਦਮੇ ਦਰਜ ਹੁੰਦੇ ਨੇ। ਲਗਭਗ 4 ਐਸੇ ਮੁਕੱਦਮੇ ਦਰਜ ਹੁੰਦੇ ਨੇ ਜਿਸ ਵਿੱਚ ਕਿ ਜ਼ਿਆਦਾਤਰ ਇਲਜ਼ਾਮ ਕਾਰਾਂ ਨੂੰ ਬਲੈਕ ਕਰਨ ਦੇ ਇਸ ਤਰੀਕੇ ਦੇ ਅਪਰਾਧਿਕ ਮਾਮਲੇ ਹੁੰਦੇ ਨੇ। ਲੇਕਿਨ ਇਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਦਾ ਤਬਾਦਲਾ ਕਿਸੇ ਹੋਰ ਜ਼ਿਲ੍ਹੇ ਵਿੱਚ ਹੋ ਜਾਂਦਾ ਹੈ। ਲੇਕਿਨ 1992 ਦੇ ਵਿੱਚ ਜਦੋਂ ਸੁਮੇਧ ਸਿੰਘ ਸੈਣੀ ਵਾਪਸ ਲੁਧਿਆਣਾ ਵਿੱਚ SSP ਬਣ ਕੇ ਆਉਂਦੇ ਨੇ
ਤਾਂ ਫਿਰ ਉਹ ਪੁਰਾਣੀ ਆਪਣੀ ਦੁਸ਼ਮਣੀ ਜਾਂ ਰੰਜਿਸ਼ ਨੂੰ ਉਸੇ ਸਿਰੇ ਤੋਂ ਕੰਟੀਨਿਊ ਕਰਦੇ ਨੇ ਤੇ ਦੋ ਹੋਰ ਅਪਰਾਧਿਕ ਮਾਮਲੇ FIR ਨੰਬਰ 22 ਤੇ FIR ਨੰਬਰ 44 1994 ਦੇ ਵਿੱਚ ਰਜਿਸਟਰ ਕਰਦੇ ਨੇ। ਸੁਮੇਧ ਸਿੰਘ ਸੈਣੀ ਦੀ ਰੰਜਿਸ਼ ਜਾਂ ਉਹਨਾਂ ਦਾ ਗੁੱਸਾ, ਉਹਨਾਂ ਦੀ ਦੁਸ਼ਮਣੀ ਬੇਸ਼ੱਕ ਨਰਿੰਦਰ ਸੈਣੀ ਜਾਂ ਹਰਭਜਨ ਸਿੰਘ ਹੋਣਾ ਦੇ ਨਾਲ ਮੰਨੀ ਜਾਂਦੀ ਰਹੀ ਹੋਵੇ, ਆਪਣੀ ਮਾਸੀ ਮੀਨਾਕਸ਼ੀ ਸੈਣੀ ਦੇ ਨਾਲ ਉਹਨਾਂ ਦਾ 36 ਦਾ ਆંકੜਾ ਰਿਹਾ ਹੋਵੇ, ਲੇਕਿਨ 1994 ਦੇ ਵਿੱਚ ਜੋ ਘਟਨਾਕ੍ਰਮ ਹੁੰਦਾ ਹੈ, ਖਾਸ ਕਰਕੇ ਫਰਵਰੀ ਤੋਂ ਲੈ ਕੇ ਮਾਰਚ 1994 ਦੇ ਵਿੱਚ, ਉਹ ਇਸ ਪੂਰੀ ਕਹਾਣੀ, ਇਸ ਪੂਰੇ ਕਿੱਸੇ ਤੇ ਇਸ ਪੂਰੇ ਅਪਰਾਧਿਕ ਮਾਮਲੇ ਦਾ ਤੋਰਾ ਹੈ, ਇਸ ਮਾਮਲੇ ਦੀ ਜੜ ਹੈ। ਇੱਕ ਮਹੀਨਾ 24 ਫਰਵਰੀ 1994 ਤੋਂ ਲੈ ਕੇ 24 ਮਾਰਚ 1994 ਇੱਕ ਕਾਲਾ ਅਧਿਆਇ ਹੈ, ਇੱਕ ਕਾਲਾ ਪੰਨਾ ਹੈ ਇਸ ਪੂਰੇ ਇਤਿਹਾਸ ਦੇ ਵਿੱਚ, ਜਿਸ ਦੇ ਵਿੱਚ ਕਿ ਅਸੀਂ ਨਿਆਂਪਾਲਿਕਾ ਦਾ ਮਜ਼ਾਕ ਉੱਡਦਾ ਵੇਖਦੇ ਹਾਂ, ਅਸੀਂ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਵੇਖਦੇ ਹਾਂ, ਅਸੀਂ ਇੱਕ IPS ਅਫਸਰ ਨੂੰ ਮਨਮਾਨੀ ਕਰਦਿਆਂ ਵੇਖਦੇ ਹਾਂ, ਅਸੀਂ ਇੱਕ ਪਰਿਵਾਰ ਨੂੰ ਉੱਜੜਦਾ ਹੋਇਆ ਦੇਖਦੇ ਹਾਂ ਤੇ ਅਸੀਂ ਤਿੰਨ ਜੀਆਂ ਨੂੰ ਜਿਉਂਦੇ ਜੀ ਕਿੱਥੇ ਅੱਜ ਤੱਕ ਗਾਇਬ ਨੇ ਤੇ ਕਿੱਥੇ ਉਹਨਾਂ ਦੀਆਂ ਲਾਸ਼ਾਂ ਹੋ ਸਕਦੀਆਂ ਨੇ, ਇਸ ਮਿਸਟਰੀ ਦੇ ਵਿੱਚ ਉਲਝਦਾ ਹੋਇਆ ਵੇਖਦੇ ਹਾਂ। ਸੈਣੀ ਮੋਟਰਸ ਯਾਨੀ ਕਿ ਲੁਧਿਆਣਾ ਦਾ ਉਹ ਪਰਿਵਾਰ ਜਿਸ ਦੇ ਨਾਲ ਸੁਮੇਧ ਸਿੰਘ ਸੈਣੀ ਆਪਣੀ ਰੰਜਿਸ਼ ਪਾਲੇ ਬੈਠੇ ਹੁੰਦੇ ਨੇ, ਉਹਨਾਂ ਦੇ ਫਾਈਨੈਂਸਰ ਹੁੰਦੇ ਨੇ ਵਾਲੀਆ ਪਰਿਵਾਰ, ਰਤਨ ਸਿੰਘ ਵਾਲੀਆ ਤੇ ਅਮਰ ਕੌਰ, ਇੱਕ ਪਤੀ ਪਤਨੀ ਜਿਨ੍ਹਾਂ ਨੇ 1991 ਦੇ ਵਿੱਚ ਇੱਕ ਫਰਮ ਰਜਿਸਟਰ ਕਰਾਈ ਹੁੰਦੀ ਹੈ। ਇਸ ਫਰਮ ਵੱਲੋਂ ਕਈ ਲੋਨ ਰੇਜ਼ ਕੀਤੇ ਜਾਂਦੇ ਨੇ। ਸਥਾਨਕ ਇਲਾਹਾਬਾਦ ਬੈਂਕ ਤੋਂ ਲਗਭਗ 62 ਲੱਖ ਰੁਪਏ ਦਾ ਲੋਨ ਲਿਆ ਜਾਂਦਾ ਹੈ। ਇਸ ਲੋਨ ਲੈਣ ਦਾ ਮਕਸਦ ਤੇ ਮਨੋਰਥ ਹੁੰਦਾ ਹੈ ਸੈਣੀ ਮੋਟਰਸ ਦੀ ਮਾਰੂਤੀ ਕਾਰਾਂ ਦੀ ਸੇਲ ਦੇ ਵਿੱਚ ਗੱਡੀਆਂ ਨੂੰ ਫਾਈਨਾਂਸ ਕਰਨਾ। ਇਹਨਾਂ ਦਾ ਇੱਕ ਸਪੈਸ਼ਲ ਡੈਸਕ ਜਿਹੜਾ ਹੁੰਦਾ ਹੈ ਉਹ ਸੈਣੀ ਮੋਟਰਸ ਦੇ ਪ੍ਰੈਮਾਈਸਿਸ ਦੇ ਵਿੱਚ ਲਾਤਾ ਜਾਂਦਾ ਹੈ। ਵਾਲੀਆ ਪਰਿਵਾਰ ਯਾਨੀ ਕਿ ਰਤਨ ਸਿੰਘ ਤੇ ਉਹਨਾਂ ਦੇ ਜਿਹੜੇ ਸਪੁੱਤਰ ਹੁੰਦੇ ਨੇ, ਬੇਟੇ ਹੁੰਦੇ ਨੇ, ਜੋ ਕਿ ਵਿਨੋਦ ਕੁਮਾਰ, ਆਸ਼ੀਸ਼ ਕੁਮਾਰ ਤੇ ਇਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਐਸੇ ਰਿਸ਼ਤੇਦਾਰ ਹੁੰਦੇ ਨੇ ਜੋ ਕਿ ਇਸ ਕੰਮ ਧੰਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਵੀ ਹੁੰਦੇ ਨੇ। ਬੇਸ਼ੱਕ ਵਿਨੋਦ ਕੁਮਾਰ ਦਾ ਇੱਕ ਜਿਹੜਾ ਪਿਛੋਕੜ ਹੈ ਉਹ ਕੋਈ ਸਾਫ਼ ਸੁਥਰਾ ਨਹੀਂ ਰਿਹਾ ਹੈ, ਯਾਨੀ ਕਿ ਵਿਨੋਦ ਕੁਮਾਰ ਵਾਲੀਆ ਉਹ ਸ਼ਖਸ ਜੋ ਕਿ ਮੁੱਖ ਕਿਰਦਾਰ ਨੇ ਇਸ ਪੂਰੀ ਅਪਰਾਧਿਕ ਘਟਨਾਕ੍ਰਮ ਦਾ ਤੇ ਨਿਸ਼ਾਨਾ ਰਹਿੰਦੇ ਨੇ ਸੁਮੇਧ ਸਿੰਘ ਸੈਣੀ ਦਾ। ਆਪਣੀ ਰੰਜਿਸ਼ ਜੋ ਕਿ ਸੈਣੀ ਮੋਟਰਸ ਦੇ ਖਿਲਾਫ ਸੁਮੇਧ ਸੈਣੀ ਆਪਣੇ ਮਨ ਦੇ ਵਿੱਚ ਪਾਲ ਕੇ ਰੱਖਦਾ ਹੈ, ਉਸ ਨੂੰ ਪੂਰਾ ਕਰਨ ਲਈ ਉਸਨੇ ਇੱਕ ਨਵਾਂ ਤਰੀਕਾ ਤੇ ਹੱਥਕੰਡਾ ਸੋਚਿਆ ਹੁੰਦਾ ਹੈ। ਉਹ ਸੈਣੀ ਮੋਟਰਸ ਦੇ ਹੱਥ ਪਾਉਣ ਦੇ ਨਾਲ ਨਾਲ ਹੁਣ ਸੈਣੀ ਮੋਟਰਸ ਦੀ ਪਿਛਲੀ ਸਪਲਾਈ ਲਾਈਨ ਯਾਨੀ ਕਿ ਉਸ ਦੇ ਫਾਈਨੈਂਸਰਸ ਜੋ ਕਿ ਵਾਲੀਆ ਪਰਿਵਾਰ ਹੁੰਦਾ ਹੈ, ਇਹਨਾਂ ਦੀ ਫਰਮਸ ਹੁੰਦੀਆਂ ਨੇ, ਉਹਨਾਂ ਨੂੰ ਆਪਣਾ ਟਾਰਗੇਟ ਬਣਾਉਂਦਾ ਹੈ, ਆਪਣੇ ਅਫਸਰਾਂ ਵੱਲੋਂ ਇੱਕ ਦਬਿਸ਼ ਕਰਾਉਂਦਾ ਹੈ। ਇਸੇ ਤਹਿਤ 24 ਫਰਵਰੀ 1994 ਨੂੰ ਆਸ਼ੀਸ਼ ਕੁਮਾਰ ਜੋ ਕਿ ਵਿਨੋਦ ਕੁਮਾਰ ਦੇ ਭਰਾ ਹੁੰਦੇ ਨੇ, ਉਹਨਾਂ ਨੂੰ ਚੱਕ ਲਿਆ ਜਾਂਦਾ ਹੈ। ਲਗਭਗ 9 ਦਿਨ ਉਹਨਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਜਾਂਦਾ ਹੈ। ਇੱਕ ਐਸੀ ਹਿਰਾਸਤ ਹੁੰਦੀ ਹੈ ਜਿਸ ਦਾ ਕੋਈ ਹਿਸਾਬ ਕਿਤਾਬ ਕਿਸੇ ਅਦਾਲਤ ਕੋਲ ਨਹੀਂ ਹੁੰਦਾ। 24 ਫਰਵਰੀ 1994 ਤੋਂ ਲੈ ਕੇ 2 ਮਾਰਚ 1994 ਤੱਕ ਆਸ਼ੀਸ਼ ਕੁਮਾਰ ਵਾਲੀਆ ਨੂੰ ਪੁਲਿਸ ਕਸਟਡੀ ਦੇ ਵਿੱਚ ਬਿਨਾਂ ਕਿਸੇ ਵਾਰੰਟ ਦੇ, ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਰੱਖਿਆ ਜਾਂਦਾ ਹੈ, ਜੋ ਕਿ ਪੂਰੇ ਤੌਰ ਤੇ ਮੁਕੰਮਲ ਤੌਰ ਤੇ ਗੈਰ ਕਾਨੂੰਨੀ ਕਾਰਵਾਈ ਹੁੰਦੀ ਹੈ। ਸੁਮੇਧ ਸਿੰਘ ਸੈਣੀ ਦੇ ਇਸ਼ਾਰੇ ਉੱਤੇ ਪਰਮਜੀਤ ਸਿੰਘ ਪੰਨੂ SHO ਕੋਤਵਾਲੀ ਇਹ ਪੂਰੀ ਘਟਨਾ ਨੂੰ ਅੰਜਾਮ ਦਿੰਦਾ ਹੈ। ਇਸ ਤੋਂ ਬਾਅਦ 3 ਤਰੀਕ ਨੂੰ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਂਦਾ ਹੈ। ਰੰਜਿਸ਼ ਦਾ ਕਾਰਨ ਇਸ ਪਰਿਵਾਰ ਦਾ ਸੈਣੀ ਮੋਟਰਸ ਦੇ ਨਾਲ ਯਾਨੀ ਕਿ ਵਾਲੀਆ ਪਰਿਵਾਰ ਦਾ, ਉਹਨਾਂ ਦੀ ਕੰਪਨੀਆਂ ਦਾ ਸੈਣੀ ਮੋਟਰਸ ਨੂੰ ਫੰਡ ਕਰਨਾ, ਉਹਨਾਂ ਲਈ ਫਾਈਨਾਂਸ ਇਕੱਠਾ ਕਰਨਾ ਤੇ ਉਹਨਾਂ ਦੇ ਕਸਟਮਰਸ ਲਈ ਬਤੌਰ ਇੱਕ ਫਾਈਨੈਂਸਰ ਕੰਮ ਕਰਨਾ ਹੁੰਦਾ ਹੈ। ਆਸ਼ੀਸ਼ ਕੁਮਾਰ ਨੂੰ 3 ਮਾਰਚ ਨੂੰ 1994 ਦੇ ਸਾਲ ਦੇ ਵਿੱਚ ਜਦੋਂ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਨੂੰ 1 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਜਾਂਦਾ ਹੈ। ਉਸ ਤੋਂ ਬਾਅਦ 4 ਤਰੀਕ ਨੂੰ ਵੀ ਉਸ ਨੂੰ ਵਾਪਸ ਜੁਡੀਸ਼ੀਅਲ ਕਸਟਡੀ ਵਿੱਚ ਭੇਜਣ ਦੀ ਬਜਾਏ ਉਸ ਨੂੰ ਥਾਣੇ ਦੇ ਵਿੱਚ ਰੱਖਿਆ ਜਾਂਦਾ ਹੈ। 5 ਤਰੀਕ ਨੂੰ ਉਸ ਨੂੰ ਅਦਾਲਤ ਵੱਲੋਂ ਛੱਡਿਆ ਜਾਂਦਾ ਹੈ ਤੇ ਇਹ ਪੂਰੇ ਤੇ ਪੂਰਾ ਮਾਮਲਾ 1 ਦਿਨ ਦੀ ਕਸਟਡੀ ਦੇ ਵਿੱਚ ਤਬਦੀਲ ਹੋ ਜਾਂਦਾ ਹੈ, ਜਦੋਂ ਕਿ ਉਸ ਨੂੰ ਲਗਭਗ 10 ਦਿਨ ਪੁਲਿਸ ਕਸਟਡੀ ਦੇ ਵਿੱਚ ਨਾਜਾਇਜ਼ ਤੌਰ ਤੇ ਰੱਖਿਆ ਗਿਆ ਹੁੰਦਾ ਹੈ। ਵਾਲੀਆ ਪਰਿਵਾਰ ਲਈ, ਖਾਸ ਕਰਕੇ ਵਿਨੋਦ ਕੁਮਾਰ ਵਾਲੀਆ ਲਈ ਇਹ ਸਮਝਣਾ ਹੁਣ ਔਖਾ ਨਹੀਂ ਹੁੰਦਾ ਕਿ ਉਸਦੇ ਪਰਿਵਾਰ ਨੂੰ ਠੀਕ ਉਸੇ ਤਰੀਕੇ ਨਾਲ ਪ੍ਰਤਾੜਿਤ ਕੀਤਾ ਜਾਏਗਾ ਜਿਵੇਂ ਕਿ ਸੈਣੀ ਮੋਟਰਸ ਦੇ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਜੀਆਂ ਨੂੰ ਕੀਤਾ ਗਿਆ ਹੈ। ਸੋ ਜ਼ਾਹਿਰੀ ਤੌਰ ਤੇ ਆਪਣੀ ਜਾਨ ਤੇ ਆਪਣੇ ਮਾਲ ਦੀ ਸੁਰੱਖਿਆ ਲਈ ਵਿਨੋਦ ਕੁਮਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰ ਦਿੰਦੇ ਨੇ। ਵਿਨੋਦ ਕੁਮਾਰ ਤੇ ਵਾਲੀਆ ਪਰਿਵਾਰ ਦੀ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ, ਕਿਉਂਕਿ ਇੱਕ ਐਸਾ ਪੰਗਾ ਹੁੰਦਾ ਹੈ, ਇੱਕ ਐਸਾ ਜ਼ੋਖਿਮ ਹੁੰਦਾ ਹੈ ਜੋ ਕਿ ਉਹਨਾਂ ਨੇ ਸੁਮੇਧ ਸਿੰਘ ਸੈਣੀ ਦੇ ਖਿਲਾਫ ਲੈ ਲਿਆ ਹੁੰਦਾ ਹੈ। ਸੁਮੇਧ ਸਿੰਘ ਸੈਣੀ ਇਸ ਅਰਜ਼ੀ ਜਿਸ ਵਿੱਚ ਕਿ ਵਾਲੀਆ ਪਰਿਵਾਰ ਦੇ ਵਿਨੋਦ ਕੁਮਾਰ, ਆਸ਼ੀਸ਼ ਕੁਮਾਰ ਤੇ ਹੋਰ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਉਹਨਾਂ ਦੀ ਜਾਨ ਨੂੰ ਸੁਮੇਧ ਸੈਣੀ ਤੋਂ ਖਤਰਾ ਹੋਣ ਦਾ ਹਵਾਲਾ ਦੇ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਜਾਂਦੀ ਹੈ। ਇਹ ਗੱਲ ਸੁਮੇਧ ਸਿੰਘ ਸੈਣੀ ਦੇ ਗਲੇ ਨਹੀਂ ਉਤਰਦੀ। ਇਸ ਮਾਮਲੇ ਦੇ ਵਿੱਚ 5 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ
ਸੁਮੇਧ ਸਿੰਘ ਸੈਣੀ ਨੂੰ ਪੇਸ਼ ਹੋਣ ਦੀ, ਯਾਨੀ ਕਿ ਹਾਈ ਕੋਰਟ ਵਿੱਚ ਪੇਸ਼ ਹੋਣ ਲਈ 9 ਮਾਰਚ ਦਾ ਸਮਾਂ ਦਿੰਦੇ ਨੇ। 9 ਮਾਰਚ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੁੰਦੀ ਹੈ। ਲੇਕਿਨ ਇਸ ਤੋਂ ਪਹਿਲਾਂ ਸੁਮੇਧ ਸਿੰਘ ਸੈਣੀ ਇੱਕ ਛੁੱਟੀ ਲੈ ਕੇ, ਬੈਕਡੇਟ ਦੀ ਛੁੱਟੀ, ਧੱਕੇ ਨਾਲ ਇਹ ਦੱਸਿਆ ਜਾਂਦਾ ਹੈ ਕਿ ਉਸ ਵਕਤ ਦੇ ਜਿਹੜੇ ਤਤਕਾਲੀ ਉਸਦੇ ਅਧਿਕਾਰੀ ਸਨ, ਉਹਨਾਂ ਦੇ ਘਰ ਧੱਕੇ ਨਾਲ ਵੜ ਕੇ ਸੁਮੇਧ ਸਿੰਘ ਸੈਣੀ ਬੈਕਡੇਟ ਦੇ ਵਿੱਚ ਇੱਕ ਛੁੱਟੀ ਲੈਂਦੇ ਨੇ ਤਾਂ ਕਿ ਉਹਨਾਂ ਨੂੰ 9 ਮਾਰਚ 1994 ਦੀ ਉਸ ਪੇਸ਼ੀ ਦੇ ਵਿੱਚ ਨਾ ਜਾਣਾ ਪਵੇ, ਜੋ ਕਿ ਜਸਟਿਸ VK ਝਾਂਜੀ, ਜੋ ਕਿ ਹਾਈ ਕੋਰਟ ਦੇ ਜੱਜ ਹੁੰਦੇ ਨੇ, ਉਸ ਬੈਂਚ ਨੂੰ ਲੀਡ ਕਰ ਰਹੇ ਹੁੰਦੇ ਨੇ ਜਿੱਥੇ ਕਿ ਇਹ ਸੁਣਵਾਈ ਲਈ ਕੇਸ ਲੱਗਾ ਹੁੰਦਾ ਹੈ। ਸੁਮੇਧ ਸਿੰਘ ਸੈਣੀ ਇਸ ਤਰੀਕੇ ਨਾਲ ਉਸ ਪੇਸ਼ੀ ਦੇ ਵਿੱਚ ਨਹੀਂ ਪਹੁੰਚਦੇ, ਜਿਸ ਉੱਤੇ ਅਦਾਲਤ ਇੱਕ ਸਖਤ ਰੁਖ ਅਖਤਿਆਰ ਕਰਦੀ ਹੈ। ਜਸਟਿਸ VK ਝਾਂਜੀ 9 ਮਾਰਚ ਨੂੰ ਬੇਲੇਬਲ ਵਾਰੰਟ ਜਾਰੀ ਕਰ ਦਿੰਦੇ ਨੇ। ਇਹ ਉਹ ਕਦਮ ਹੁੰਦਾ ਜੋ ਕਿ ਸੁਮੇਧ ਸਿੰਘ ਸੈਣੀ ਨੂੰ ਹੋਰ ਗੁੱਸਾ ਦਵਾਉਂਦਾ ਹੈ ਤੇ ਉਹ ਹੋਰ ਅੱਗ ਬਬੂਲਾ ਹੁੰਦਾ ਹੈ। ਅਗਲੀ ਤਾਰੀਖ 15 ਮਾਰਚ ਦੀ ਦਿੱਤੀ ਗਈ ਹੁੰਦੀ ਹੈ। ਇਸੇ ਦੌਰਾਨ 7 ਤੇ 8 ਮਾਰਚ ਦਾ ਘਟਨਾਕ੍ਰਮ ਵੀ ਬਹੁਤ ਜ਼ਿਆਦਾ ਦਿਲਚਸਪ ਹੁੰਦਾ ਹੈ। ਇਸੇ ਵਕਤ ਸੁਮੇਧ ਸਿੰਘ ਸੈਣੀ ਦੀ ਬਤੌਰ SSP ਲੈਡ ਜਿਹੜੀ ਪੁਲਿਸ ਹੁੰਦੀ ਹੈ, ਉਸਦੇ ਤਫਤੀਸ਼ੀ ਅਧਿਕਾਰੀ ਹੁੰਦੇ ਨੇ, ਉਸਦੇ ਕੁਝ ਐਸੇ ਆਫੀਸਰਸ ਹੁੰਦੇ ਨੇ ਜੋ ਕਿ ਸੁਮੇਧ ਸਿੰਘ ਸੈਣੀ ਦੇ ਇਸ਼ਾਰੇ ਤੇ ਲੋਕਾਂ ਨੂੰ ਮਾਰ ਮੁਕਾ ਸਕਦੇ ਨੇ। ਉਹ ਵਾਲੀਆ ਪਰਿਵਾਰ ਦੇ 3-3, 4-4 ਜੀਆਂ ਨੂੰ ਚੱਕ ਲੈਂਦੇ ਨੇ, ਇੱਕ ਦਿਨ ਹਵਾਲਾਤ ਵਿੱਚ ਰੱਖਿਆ ਜਾਂਦਾ ਹੈ ਤੇ ਉਹਨਾਂ ਉੱਤੇ ਪੂਰਾ ਦਬਿਸ਼ ਤੇ ਉਹ ਦਬਾਅ ਬਣਾਇਆ ਜਾਂਦਾ ਹੈ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਆਪਣੀਆਂ ਜਿਹੜੀਆਂ ਬੇਲ ਐਪਲੀਕੇਸ਼ਨਸ ਵਿਨੋਦ ਕੁਮਾਰ ਵਾਲੀਆ ਵੱਲੋਂ ਪਾਈਆਂ ਗਈਆਂ ਨੇ, ਉਹਨਾਂ ਨੂੰ ਵਾਪਸ ਲਿਆ ਜਾਵੇ। ਹੁਣ ਆਉਂਦਾ 15 ਮਾਰਚ ਦਾ ਦਿਨ। ਇਤਿਹਾਸ ਦੇ ਵਿੱਚ ਇੱਕ ਐਸਾ ਕਾਲਾ ਦਿਨ, ਇਹ ਉਹ ਦਿਨ ਹੁੰਦਾ ਜਦੋਂ ਕਿ ਨਿਆਂਪਾਲਿਕਾ ਦੇ ਫਰਮਾਨਾਂ ਦੀ, ਆਰਡਰਾਂ ਦੀਆਂ, ਦੇਸ਼ ਦੀ ਕਾਨੂੰਨ ਵਿਵਸਥਾ ਦੀਆਂ, ਨਿਆਂਪਾਲਿਕਾ ਦੇ ਉਸ ਦਮ ਦੀਆਂ ਜੋ ਉਹ ਭਰਦੀਆਂ ਨੇ ਜਦੋਂ ਦੇਸ਼ ਦੇ ਵਿੱਚ ਕੋਈ ਵੀ ਐਸਾ ਮਾਮਲਾ ਉਹਨਾਂ ਦੇ ਵਿਚਾਰਾਧੀਨ ਆਉਂਦਾ ਹੈ ਜਿਸ ਦੇ ਤਹਿਤ ਕਿ ਉਹਨਾਂ ਨੇ ਕਿਸੇ ਵੀ ਇਨਸਾਨ ਦੀ ਜਾਨ ਮਾਲ ਤੇ ਉਸ ਦੀ ਸੁਰੱਖਿਆ ਕਰਨੀ ਹੁੰਦੀ ਹੈ। ਉਸ ਪੱਖੋਂ ਸਾਡੇ ਦੇਸ਼ ਦੀ ਨਿਆਂਪਾਲਿਕਾ ਦੀ ਤਰਸਯੋਗ ਸਥਿਤੀ ਇਸ ਦਿਨ ਦੇ ਘਟਨਾਕ੍ਰਮ ਤੋਂ ਸਪਸ਼ਟ ਹੁੰਦੀ ਹੈ। 15 ਮਾਰਚ 1994 ਨੂੰ ਦਿਨ ਦੇ ਵਕਤ ਇੱਕ ਰੈਜ਼ੀਡੈਂਸ਼ੀਅਲ ਕੋਰਟ ਦੇ ਰੂਪ ਵਿੱਚ ਹਾਈ ਕੋਰਟ ਦੇ ਵਿੱਚ ਖੁਦ ਵਿਨੋਦ ਕੁਮਾਰ ਪਹੁੰਚਦੇ ਨੇ ਆਪਣੇ ਵਕੀਲ ਦੇ ਨਾਲ। ਰਾਜੀਵ ਪੱਲਾ, ਜੋ ਕਿ ਬਾਅਦ ਦੇ ਵਿੱਚ ਜੱਜ ਵੀ ਬਣੇ, ਸੁਪਰੀਮ ਕੋਰਟ ਤੱਕ ਉਹ ਜੱਜ ਬਣੇ, ਉਹ ਵਕੀਲ ਹੁੰਦੇ ਨੇ। ਵਿਨੋਦ ਕੁਮਾਰ ਆਪਣੀ ਬੇਲ ਪਟੀਸ਼ਨ ਨੂੰ ਪੱਕਾ ਕਰਾਉਣ ਲਈ ਅਦਾਲਤ ਵਿੱਚ ਆਏ ਹੁੰਦੇ ਨੇ, ਹਾਈ ਕੋਰਟ ਦੇ ਵਿੱਚ ਆਏ ਹੁੰਦੇ ਨੇ। ਇਸੇ ਦੌਰਾਨ ਸੁਮੇਧ ਸਿੰਘ ਸੈਣੀ ਨੂੰ ਵੀ ਇਸ ਅਦਾਲਤ ਵਿੱਚ ਪੇਸ਼ ਰਹਿਣ ਲਈ ਕਿਹਾ ਗਿਆ ਹੁੰਦਾ ਹੈ। ਸੁਮੇਧ ਸਿੰਘ ਸੈਣੀ ਇਸ ਦੌਰਾਨ ਪੇਸ਼ ਵੀ ਹੁੰਦੇ ਨੇ, ਲੇਕਿਨ ਇਸ ਤੋਂ ਕੁਝ ਹੀ ਦਿਨ ਪਹਿਲਾਂ ਰੈਜ਼ੀਡੈਂਸ਼ੀਅਲ ਕੋਰਟ VK ਝਾਂਜੀ ਦੀ, ਉਸ ਦੇ ਵਿੱਚ ਸੁਮੇਧ ਸਿੰਘ ਸੈਣੀ ਵੱਲੋਂ ਬਤੌਰ SSP ਲੁਧਿਆਣਾ ਇੱਕ ਅਰਜ਼ੀ ਮੂਵ ਕੀਤੀ ਜਾਂਦੀ ਹੈ। ਇਹ ਬਹੁਤ ਹੀ ਮਹੱਤਵਪੂਰਨ ਤੇ ਇੱਕ ਨਾਜ਼ੁਕ ਪੁਆਇੰਟ ਹੈ ਜੋ ਕਿ ਸਮਝਣਯੋਗ ਹੈ ਕਿ ਸੁਮੇਧ ਸਿੰਘ ਸੈਣੀ ਵਿਨੋਦ ਕੁਮਾਰ ਵਾਲੀਆ ਦੀ ਜਿਹੜੀ ਬੇਲ ਹੁੰਦੀ ਹੈ ਉਸ ਨੂੰ ਅਪੋਜ਼ ਕਰਦੇ ਨੇ। ਵਿਨੋਦ ਕੁਮਾਰ ਵਾਲੀਆ ਦੇ ਅਪਰਾਧਿਕ ਇਤਿਹਾਸ ਜਾਂ ਅਪਰਾਧਿਕ ਪਿਛੋਕੜ ਦਾ ਹਵਾਲਾ ਦਿੰਦਿਆਂ ਹੋਇਆਂ ਬਤੌਰ SSP ਇੱਕ ਐਫੀਡੇਵਿਟ ਫਾਈਲ ਕਰਦੇ ਨੇ। ਇੱਕ ਜ਼ਿਲ੍ਹੇ ਦਾ SSP ਇੱਕ ਸ਼ਖਸ ਦੀ ਬੇਲ ਦੇ ਵਿੱਚ ਇਸ ਪੱਧਰ ਤੇ ਜਾ ਕੇ ਨਿੱਜੀ ਦਿਲਚਸਪੀ ਦਿਖਾ ਰਿਹਾ ਹੈ, ਇਸ ਉੱਤੇ ਇਤਰਾਜ਼ CBI ਤੇ ਅਦਾਲਤਾਂ ਨੇ ਵੀ ਵੱਖ-ਵੱਖ ਮੌਕਿਆਂ ਤੇ ਬਾਅਦ ਦੇ ਵਿੱਚ ਕੀਤਾ। ਲੇਕਿਨ 11 ਮਾਰਚ ਦੇ ਘਟਨਾਕ੍ਰਮ ਤੋਂ ਬਾਅਦ 15 ਮਾਰਚ ਨੂੰ ਸੁਮੇਧ ਸਿੰਘ ਸੈਣੀ ਵੀ ਸਾਹਮਣੇ ਹੁੰਦੇ ਨੇ ਅਦਾਲਤ ਦੇ ਤੇ ਉਸ ਦਿਨ ਵਿਨੋਦ ਕੁਮਾਰ ਨੂੰ ਬੇਲ ਦਿੱਤੀ ਜਾਂਦੀ ਹੈ। ਵਿਨੋਦ ਕੁਮਾਰ ਵਾਲੀਆ ਨੂੰ ਬੇਲ ਮਿਲਣਾ, ਇਸ ਦੇ ਨਾਲ ਹੀ ਅਸ਼ੋਕ ਕੁਮਾਰ ਤੇ ਵਿਨੋਦ ਕੁਮਾਰ ਵਾਲੀਆ ਨੂੰ ਦੋ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਬੇਲ ਮਿਲਦੀ ਹੈ, ਉਹਨਾਂ ਦੀ ਬੇਲ ਪੱਕੀ ਹੁੰਦੀ ਹੈ ਤੇ ਉਹ ਹੁਣ ਇੱਕ ਆਜ਼ਾਦ ਪੰਛੀ ਹੁੰਦੇ ਨੇ। ਦੂਸਰੇ ਪਾਸੇ ਆਸ਼ੀਸ਼ ਕੁਮਾਰ, ਜਿਸ ਨੂੰ ਕਿ ਲਗਭਗ 10 ਦਿਨ ਗੈਰ ਕਾਨੂੰਨੀ ਕਸਟਡੀ ਵਿੱਚ ਰੱਖਿਆ ਗਿਆ ਹੁੰਦਾ ਹੈ, ਉਹ ਡਰ ਦਾ ਮਾਰਾ ਇੱਧਰ ਉੱਧਰ ਘੁੰਮ ਰਿਹਾ ਹੁੰਦਾ ਹੈ ਤੇ ਉਸ ਦੇ ਉੱਤੇ ਵੀ ਪੁਲਿਸ ਦੀ ਦਬਿਸ਼ ਲਗਾਤਾਰ ਚੱਲ ਰਹੀ ਹੁੰਦੀ ਹੈ। ਲੇਕਿਨ 15 ਮਾਰਚ ਨੂੰ ਕੋਰਟ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਉਸ ਮਰੂਤੀ ਕਾਰ ਦੇ ਵਿੱਚ ਜਿਹੜੇ SP ਹੁੰਦੇ ਨੇ ਸੁਖਮਿੰਦਰ ਸਿੰਘ ਸੰਧੂ, ਸੁਮੇਧ ਸਿੰਘ ਸੈਣੀ ਦੇ ਖਾਸਮ ਖਾਸ ਤੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਸੁਖਮਿੰਦਰ ਸਿੰਘ ਸੰਧੂ ਇੱਕ ਲਿਫਟ ਮੰਗਦੇ ਨੇ ਵਿਨੋਦ ਕੁਮਾਰ ਦੀ ਉਸ ਮਰੂਤੀ ਕਾਰ ਦੇ ਵਿੱਚ। ਵਿਨੋਦ ਕੁਮਾਰ ਵਾਲੀਆ ਤੇ ਉਹਨਾਂ ਦਾ ਡਰਾਈਵਰ ਮੁਖਤਿਆਰ ਸਿੰਘ ਸੁਖਮਿੰਦਰ ਸਿੰਘ ਸੰਧੂ ਨੂੰ ਬਿਠਾ ਕੇ ਲੁਧਿਆਣਾ ਲੈ ਜਾਂਦੇ ਨੇ, ਕਿਉਂਕਿ ਦੋਨਾਂ ਨੇ ਲੁਧਿਆਣਾ ਜਾਣਾ ਹੁੰਦਾ ਹੈ। ਹੁਣ ਵਿਨੋਦ ਕੁਮਾਰ, ਜੋ ਕਿ ਪਿਛਲੇ ਲਗਭਗ 10-15 ਦਿਨ ਤੋਂ ਭਗੌੜੇ ਤੁਰਦੇ ਆ ਰਹੇ ਸਨ, ਇੱਕ ਆਜ਼ਾਦ ਪੰਛੀ ਦੀ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰਦਿਆਂ ਹੋਇਆਂ ਆਪਣੇ ਡਰਾਈਵਰ ਦੇ ਨਾਲ ਉਸ ਮਾਰੂਤੀ ਕਾਰ ਵਿੱਚ ਬੈਠ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਚੰਡੀਗੜ੍ਹ ਤੋਂ ਨਿਕਲਦੇ ਨੇ। ਨਾਲ ਉਹਨਾਂ ਦੇ SP ਸੁਖਮਿੰਦਰ ਸਿੰਘ ਸੰਧੂ ਬੈਠੇ ਹੁੰਦੇ ਨੇ। ਲੇਕਿਨ ਉਸ ਤੋਂ ਬਾਅਦ ਇਹ ਉਹਨਾਂ ਦੀ ਆਖਰੀ ਪਬਲਿਕ ਸਾਈਟਿੰਗ ਮੰਨੀ ਜਾਂਦੀ ਹੈ, ਯਾਨੀ ਕਿ ਇਹ ਉਹ ਮੌਕਾ ਹੁੰਦਾ ਜਦੋਂ ਕਿ ਉਹਨਾਂ ਨੂੰ ਆਖਰੀ ਵਾਰ ਕਿਸੇ ਨੇ ਦੇਖਿਆ। ਇਸ ਚੀਜ਼ ਦੀ ਗਵਾਹੀ, ਇਸ ਚੀਜ਼ ਦੀ ਤਸਦੀਕ ਖੁਦ ਜਿਹੜੇ ਬਾਅਦ ਦੇ ਵਿੱਚ ਜੱਜ ਬਣੇ ਤੇ ਉਸ ਵਕਤ ਵਿਨੋਦ ਕੁਮਾਰ ਦੇ ਵਕੀਲ ਸਨ ਰਾਜੀਵ ਪੱਲਾ, ਜੋ ਕਿ ਜਸਟਿਸ ਰਾਜੀਵ ਪੱਲਾ ਬਾਅਦ ਵਿੱਚ ਬਣੇ, ਉਹਨਾਂ ਨੇ ਵੀ ਆਪਣੀ ਗਵਾਹੀ ਵਿੱਚ ਠੋਕ ਕੇ ਕਰਵਾਈ ਹੈ ਕਿ ਉਹਨਾਂ ਦੇ ਸਾਹਮਣੇ ਸੁਖਵਿੰਦਰ ਸਿੰਘ ਸੰਧੂ SP ਜੋ ਲੁਧਿਆਣਾ ਦੇ ਸਨ, ਉਹ ਵਿਨੋਦ ਕੁਮਾਰ ਤੇ ਉਸਦੇ ਡਰਾਈਵਰ ਮੁਖਤਿਆਰ ਸਿੰਘ ਦੇ ਨਾਲ ਲੁਧਿਆਣਾ ਲਈ ਰਵਾਨਾ ਹੋਏ। ਲੇਕਿਨ ਕਦੇ ਵੀ ਉਸ ਤੋਂ ਬਾਅਦ ਵਿਨੋਦ ਕੁਮਾਰ ਤੇ ਮੁਖਤਿਆਰ ਨੂੰ ਦੇਖਿਆ ਨਹੀਂ ਗਿਆ। ਆਪਣੀ ਰਿਪੋਰਟ ਦੇ ਵਿੱਚ ਬਾਅਦ ਦੇ ਵਿੱਚ ਸੁਖਵਿੰਦਰ ਸੰਧੂ ਦੱਸਦੇ ਨੇ ਕਿ ਉਹ ਲੁਧਿਆਣਾ ਦੀ ਕੋਤਵਾਲੀ ਦੇ ਵਿੱਚ
SHO ਜਿਹੜੇ ਉਸ ਵਕਤ ਹੁੰਦੇ ਨੇ BC ਤਿਵਾਰੀ, ਰਾਤ 8 ਵਜੇ ਇਹ ਦੋਨਾਂ ਨੂੰ BC ਤਿਵਾਰੀ ਦੇ ਸਪੁਰਦ ਕਰਦੇ ਨੇ। ਹਾਲਾਂਕਿ ਦੋਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੁੰਦਾ ਤੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ BC ਤਿਵਾਰੀ ਨੂੰ ਖੁਦ ਸੰਧੂ ਨੇ ਕਿਹਾ ਕਿ ਉਹਨਾਂ ਵੱਲੋਂ ਹਿਦਾਇਤ ਇਹ ਹੁੰਦੀ ਹੈ ਕਿ ਇਹਨਾਂ ਨੂੰ ਕੁਝ ਨਾ ਕਿਹਾ ਜਾਵੇ। ਹਾਈ ਕੋਰਟ ਨੇ ਇਹਨਾਂ ਨੂੰ ਬੇਲ ਦਿੱਤੀ ਹੈ, 17 ਤਰੀਕ ਤੱਕ ਇਹਨਾਂ ਨੂੰ ਕੁਝ ਨਾ ਕਿਹਾ ਜਾਵੇ ਤੇ ਤਫਤੀਸ਼ ਵਿੱਚ ਜੇ ਜੁਆਇਨ ਕਰਨ ਸੰਬੰਧੀ ਕੋਈ ਕਾਰਵਾਈ ਹੈ ਤਾਂ ਉਸ ਨੂੰ ਪਾਲਿਆ ਜਾਵੇ। ਲੇਕਿਨ ਰਾਤ 8 ਵਜੇ ਤੋਂ ਬਾਅਦ ਕੁਝ ਪਤਾ ਨਹੀਂ ਲੱਗਦਾ ਕਿ ਵਿਨੋਦ ਕੁਮਾਰ ਤੇ ਮੁਖਤਿਆਰ ਸਿੰਘ ਉਹਨਾਂ ਦਾ ਡਰਾਈਵਰ ਕਿੱਥੇ ਗਏ। ਇਸੇ ਦੌਰਾਨ ਪੈਰਲਲ ਇੱਕ ਘਟਨਾਕ੍ਰਮ ਹੁੰਦਾ ਹੈ ਜਦੋਂ ਕਿ ਅਸ਼ੋਕ ਕੁਮਾਰ ਜੋ ਕਿ ਬ੍ਰਦਰ ਇਨ ਲਾਅ ਹੁੰਦੇ ਨੇ, ਵਿਨੋਦ ਕੁਮਾਰ ਦੇ ਰਿਸ਼ਤੇਦਾਰ ਹੁੰਦੇ ਨੇ, ਉਹ ਇਸ ਚੀਜ਼ ਦੀ ਖਬਰ ਸੁਣ ਕੇ ਵਿਨੋਦ ਕੁਮਾਰ ਦੇ ਜਦੋਂ ਘਰ ਪਹੁੰਚਦੇ ਨੇ, ਯਾਨੀ ਕਿ ਲੁਧਿਆਣਾ ਦੇ ਵਿੱਚ, ਇਹ ਉਮੀਦ ਕਰਕੇ ਕਿ ਵਿਨੋਦ ਕੁਮਾਰ ਆਪਣੇ ਘਰ ਪਹੁੰਚਣਗੇ ਆਪਣੇ ਡਰਾਈਵਰ ਦੇ ਨਾਲ ਚੰਡੀਗੜ੍ਹ ਤੋਂ ਬੇਲ ਹਾਸਲ ਕਰਨ ਤੋਂ ਬਾਅਦ, ਤਾਂ ਉਹ ਘਰ ਦੇ ਬਾਹਰ ਇੱਕ ਬਹੁਤ ਵੱਡਾ ਜਮਾਵੜਾ ਪੁਲਿਸ ਦਾ ਦੇਖਦੇ ਨੇ। ਅਸ਼ੋਕ ਕੁਮਾਰ ਇਸ ਜਮਾਵੜੇ ਨੂੰ ਦੇਖ ਕੇ ਵਾਪਸ ਮੁੜਨ ਦੀ ਕੋਸ਼ਿਸ਼ ਕਰਦੇ ਨੇ। ਉਹ ਇੱਕ ਸਕੂਟਰ ਤੇ ਹੁੰਦੇ ਨੇ, ਲੇਕਿਨ ਪੁਲਿਸ ਦੀ ਪਾਰਟੀ ਜਿਹੜੀ ਕਿ ਬਾਹਰ ਤੈਨਾਤ ਕਰਦੀ ਗਈ ਹੁੰਦੀ ਹੈ ਉਹ ਅਸ਼ੋਕ ਕੁਮਾਰ ਨੂੰ ਉੱਥੋਂ ਪਿਕਅਪ ਕਰਦੀ ਹੈ ਤੇ ਉਸ ਮੌਕੇ ਤੋਂ ਬਾਅਦ ਅਸ਼ੋਕ ਕੁਮਾਰ ਨੂੰ ਵੀ ਅੱਜ ਤੱਕ ਨਹੀਂ ਦੇਖਿਆ ਗਿਆ। ਸੋ ਵਿਨੋਦ ਕੁਮਾਰ, ਅਸ਼ੋਕ ਕੁਮਾਰ, ਦੋ ਰਿਸ਼ਤੇ ਦੇ ਵਿੱਚ ਭਰਾ ਤੇ ਇਸ ਤੋਂ ਇਲਾਵਾ ਉਹਨਾਂ ਦਾ ਡਰਾਈਵਰ ਮੁਖਤਿਆਰ ਸਿੰਘ, ਅੱਜ ਤੱਕ ਨਾ ਤਾਂ ਇਹ ਤਿੰਨੋਂ ਲੱਭੇ, ਨਾ ਹੀ ਇਹਨਾਂ ਦੀ ਡੈੱਡ ਬੋਡੀਜ਼ ਜਾਂ ਫਿਰ ਇਹਨਾਂ ਦੇ ਮ੍ਰਿਤਕ ਦੇ, ਜੇ ਇਹਨਾਂ ਨੂੰ ਮਾਰਿਆ ਜਾ ਚੁੱਕਾ ਹੈ। ਇਸ ਤੋਂ ਅਗਲੀ ਕਾਰਵਾਈ ਹੋਰ ਵੀ ਦਿਲਚਸਪ ਤੇ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਹੈ। ਹੈਰਾਨ ਕਰ ਦੇਣ ਵਾਲੀ ਇਸ ਵਾਸਤੇ ਕਿਉਂਕਿ ਕਿਸ ਹੱਦ ਤੱਕ ਇੱਕ ਪੁਲਿਸ ਅਫਸਰ ਜਾਂ ਉਸ ਦੀ ਪੁਲਿਸ ਫੋਰਸ ਜਾ ਸਕਦੀ ਹੈ ਅਦਾਲਤਾਂ ਦੇ, ਨਿਆਂਪਾਲਿਕਾ ਦੇ ਫੈਸਲਿਆਂ ਦੇ ਖਿਲਾਫ। ਧੱਜੀਆਂ ਕਿਵੇਂ ਉਡਾਈਆਂ ਜਾ ਸਕਦੀਆਂ ਨੇ ਅਦਾਲਤਾਂ ਦੇ ਉਹਨਾਂ ਆਦੇਸ਼ਾਂ ਦੀਆਂ, ਫਰਮਾਨਾਂ ਦੀਆਂ, ਜਦੋਂ ਕਿ ਮੁਲਜ਼ਮਾਂ ਦੀ ਜਾਨ ਮਾਲ ਤੇ ਸੁਰੱਖਿਆ ਦੀ ਗਾਰੰਟੀ ਤੱਕ ਦਿੱਤੀ ਜਾਂਦੀ ਹੈ, ਉਹਨਾਂ ਨੂੰ ਬੇਲਾਂ ਤੱਕ ਦਿੱਤੀਆਂ ਜਾਂਦੀਆਂ ਨੇ, ਲੇਕਿਨ ਇਸ ਤੋਂ ਬਾਅਦ ਵੀ ਪੁਲਿਸ ਅਧਿਕਾਰੀ, ਪੁਲਿਸ ਮੁਲਜ਼ਮ, ਉਹ ਫੋਰਸ ਜੋ ਕਿ ਸਿਰਫ ਆਪਣੇ SSP ਨੂੰ ਰੱਬ ਮੰਨ ਕੇ ਉਸਦੇ ਕਿਸੇ ਵੀ ਨਿਰਦੇਸ਼ ਤੇ ਕਿਸੇ ਵੀ ਬੰਦੇ ਨੂੰ ਗੋਲੀਆਂ ਤੱਕ ਮਾਰ ਸਕਦੀ ਹੈ, ਉਹਨੂੰ ਵੱਢ ਤੱਕ ਸਕਦੀ ਹੈ, ਦਰਿਆਵਾਂ ਵਿੱਚ ਬਹਾ ਤੱਕ ਸਕਦੀ ਹੈ। ਇਸ ਕਿਸਮ ਦੀ ਘਟਨਾਕ੍ਰਮ ਬਾਅਦ ਦੇ ਵਿੱਚ ਹੁੰਦਾ ਹੈ। 15 ਮਾਰਚ 1994 ਰਾਤ 8 ਵਜੇ ਤੋਂ ਬਾਅਦ ਵਿਨੋਦ ਕੁਮਾਰ, ਅਸ਼ੋਕ ਕੁਮਾਰ ਤੇ ਮੁਖਤਿਆਰ ਸਿੰਘ ਕਿੱਥੇ ਨੇ, ਇਸ ਦਾ ਕਿਸੇ ਨੂੰ ਨਹੀਂ ਪਤਾ। ਸੁਮੇਧ ਸਿੰਘ ਸੈਣੀ, ਸੁਖਵਿੰਦਰ ਸੰਧੂ, SHO ਫੋਕਲ ਪੁਆਇੰਟ BC ਤਿਵਾਰੀ ਤੇ SHO ਕੋਤਵਾਲੀ ਪਰਮਜੀਤ ਸਿੰਘ ਪੰਨੂ, ਇਹ ਉਹ ਚਾਰ ਕਿਰਦਾਰ ਨੇ ਜੋ ਕਿ ਇਸ ਪੂਰੀ ਕਹਾਣੀ, ਇਸ ਘਟਨਾਕ੍ਰਮ ਦੇ ਪਿੱਛੇ ਸਿੱਧੇ ਤਰੀਕੇ ਨਾਲ ਹੈ ਨੇ, ਪਾਏ ਗਏ ਨੇ। 8 ਵਜੇ ਰਾਤ 15 ਮਾਰਚ 1994 ਉਸ ਤੋਂ ਬਾਅਦ ਇਹ ਤਿੰਨ ਲੋਕਾਂ ਦਾ ਕੁਝ ਪਤਾ ਨਹੀਂ ਹੁੰਦਾ, ਲੇਕਿਨ ਪੁਲਿਸ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਵੀ ਇਹ ਲੋਕ ਲਗਭਗ 9:45 ਵਜੇ ਲੁਧਿਆਣਾ ਦੇ ਕਿਸੇ ਪੈਟਰੋਲ ਪੰਪ ਤੋਂ, ਇਨਫੈਕਟ ਉਸ ਬੰਦੇ ਦਾ ਨਾਮ OP ਸਿੱਕਾ ਹੁੰਦਾ ਹੈ, ਉਸ ਦੇ ਪੈਟਰੋਲ ਪੰਪ ਤੋਂ ਪੈਟਰੋਲ ਪਾਉਂਦੇ ਹੋਏ ਦੇਖੇ ਗਏ। ਇਸ ਤੋਂ ਇਲਾਵਾ ਅਗਲੇ ਦਿਨ ਸਵੇਰੇ ਇਸ ਕਿਸਮ ਦੀ ਕਹਾਣੀਆਂ ਤੇ ਥਿਊਰੀਜ਼ ਵੀ ਬਣਾਈਆਂ ਜਾਂਦੀਆਂ ਨੇ ਵੀ ਇਹ ਤਿੰਨੋਂ ਲੋਕ, ਯਾਨੀ ਕਿ ਵਿਨੋਦ, ਅਸ਼ੋਕ ਤੇ ਮੁਖਤਿਆਰ, ਇਹ ਕੁਝ ਲੋਕਾਂ ਕੋਲ, ਲੁਧਿਆਣਾ ਦੇ ਲੋਕਾਂ ਕੋਲ ਗਏ ਜਿਨ੍ਹਾਂ ਤੋਂ ਕਿ ਇਹਨਾਂ ਨੇ 30-30 ਹਜ਼ਾਰ ਜਾਂ 50-50 ਹਜ਼ਾਰ ਰੁਪਏ ਮੰਗੇ। ਕਿਸੇ ਨੂੰ ਇਹਨਾਂ ਨੇ ਸਿੰਗਾਪੁਰ ਜਾਣ ਦੀ ਗੱਲ ਕਹੀ ਜਾਂ ਕਿਸੇ ਨੂੰ ਇਹਨਾਂ ਨੇ ਹਿਮਾਚਲ ਜਾਣ ਦੀ ਗੱਲ ਕਹੀ। ਇੱਕ ਹੋਰ ਕਹਾਣੀ ਬਣਾਈ ਜਾਣ ਦੀ ਕੋਸ਼ਿਸ਼ ਹੁੰਦੀ ਹੈ ਵੀ ਹਿਮਾਚਲ ਦੇ ਗਗਰੇਟ ਬੈਰੀਅਰ ਤੇ ਵੀ ਉਸ ਕਾਰ ਨੂੰ ਦੇਖਿਆ ਗਿਆ, ਉਸ ਮਾਰੂਤੀ ਕਾਰ ਨੂੰ, ਜਿਸ ਵਿੱਚ ਕਿ ਤਿੰਨੋਂ ਸਵਾਰ ਸਨ। ਯਾਨੀ ਕਿ ਕੁੱਲ ਮਿਲਾ ਕੇ ਪੁਲਿਸ ਕਹਿਣ ਦੀ ਕੋਸ਼ਿਸ਼ ਕਰਦੀ ਹੈ ਵੀ ਤਿੰਨੋਂ ਗਾਇਬ ਹੋ ਗਏ ਨੇ ਜਾਂ ਖੁਦ ਭੱਜ ਗਏ ਨੇ, ਜਦੋਂ ਕਿ ਇਹਨਾਂ ਦੇ ਪਰਿਵਾਰ ਵਾਲਿਆਂ ਦੇ ਇਲਜ਼ਾਮ ਇਹ ਹੁੰਦੇ ਨੇ ਕਿ ਇਹ ਤਿੰਨੋਂ ਗਾਇਬ ਨਹੀਂ ਹਨ, ਬਲਕਿ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। 15 ਮਾਰਚ ਤੋਂ ਬਾਅਦ 16 ਮਾਰਚ ਨੂੰ ਵਿਨੋਦ ਕੁਮਾਰ ਦਾ ਪਰਿਵਾਰ, ਅਸ਼ੋਕ ਕੁਮਾਰ ਦਾ ਪਰਿਵਾਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫੇਰ ਦਸਤਕ ਦਿੰਦੇ ਨੇ। 16 ਮਾਰਚ ਨੂੰ ਅਦਾਲਤ ਇਸ ਪੂਰੇ ਮਾਮਲੇ ਦਾ ਸਖਤ ਰੁਖ ਲੈਂਦੀ ਹੈ। ਅਦਾਲਤ ਪੁਲਿਸ ਨੂੰ ਲਗਾਤਾਰ ਨਿਰਦੇਸ਼ ਤੋਂ ਬਾਅਦ ਨਿਰਦੇਸ਼ ਜਾਰੀ ਕਰਦੀ ਹੈ। 18-19 ਮਾਰਚ ਨੂੰ ਵੀ ਅਦਾਲਤ ਲਗਾਤਾਰ ਇਹ ਕਹਿੰਦੀ ਰਹਿੰਦੀ ਹੈ ਵੀ ਜਿਹੜੇ ਮਿਸਿੰਗ ਲੋਕ ਨੇ ਉਹਨਾਂ ਨੂੰ ਲੱਭਿਆ ਜਾਵੇ, ਲੇਕਿਨ ਵਿਨੋਦ, ਅਸ਼ੋਕ ਤੇ ਮੁਖਤਿਆਰ ਦਾ ਕੋਈ ਵੀ ਅਤਾ ਪਤਾ ਨਹੀਂ ਲੱਗਦਾ। ਉਸ ਤੋਂ ਬਾਅਦ 24 ਮਾਰਚ, ਯਾਨੀ ਕਿ ਠੀਕ ਇੱਕ ਮਹੀਨਾ, ਜਿਵੇਂ ਕਿ ਮੈਂ ਜ਼ਿਕਰ ਕੀਤਾ ਸੀ, 24 ਫਰਵਰੀ 1994 ਤੋਂ ਠੀਕ ਇੱਕ ਮਹੀਨਾ ਬਾਅਦ 24 ਮਾਰਚ 1994 ਨੂੰ ਜਸਟਿਸ VK ਚਾਂਜੀ ਦੇ ਬੈਂਚ ਨੂੰ ਮਜਬੂਰ ਹੋ ਕੇ ਇਸ ਪੂਰੇ ਮਾਮਲੇ ਨੂੰ CBI ਯਾਨੀ ਕਿ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸੌਂਪਣਾ ਪੈਂਦਾ ਹੈ। ਇੱਕ ਐਸੀ ਕਰਾਰੀ ਚਪੇੜ ਹੁੰਦੀ ਹੈ ਪੰਜਾਬ ਪੁਲਿਸ ਤੇ ਸੁਮੇਧ ਸਿੰਘ ਸੈਣੀ ਦੇ ਮੂੰਹ ਤੇ, ਜੋ ਕਿ ਉਹ ਬਰਦਾਸ਼ਤ ਨਹੀਂ ਕਰ ਪਾਉਂਦਾ। ਇਹ ਤਿੰਨ ਲੋਕ ਕਿੱਥੇ ਨੇ, ਅੱਜ ਤੱਕ ਇਹਨਾਂ ਦਾ ਕੁਝ ਪਤਾ ਨਹੀਂ ਲੱਗ ਪਾਇਆ ਹੈ, ਲੇਕਿਨ ਇਸ ਤੋਂ ਅੱਗੇ ਦੀ ਕਹਾਣੀ ਹੋਰ ਵੀ ਦਿਲਚਸਪ ਹੈ। ਆਖਿਰ ਕਿਸ ਤਰੀਕੇ ਨਾਲ ਇੱਕ ਪੂਰੀ ਕਹਾਣੀ ਕੁੱਕਅਪ ਕਰਦੀ ਹੈ, ਕਈ ਥਿਊਰੀਜ਼ ਪੁਲਿਸ ਵੱਲੋਂ ਬਣਾਈਆਂ ਜਾਂਦੀਆਂ ਤੇ ਉਸ ਦੇ ਵਿੱਚ ਕੱਲਾ ਸੁਮੇਧ ਸਿੰਘ ਸੈਣੀ ਜਾਂ ਉਸਦੇ ਉਹ 4 ਜਾਂ 3 ਮੁਲਾਜ਼ਮ ਜਾਂ ਲੁਧਿਆਣਾ ਦੀ ਪੁਲਿਸ ਫੋਰਸ ਨਹੀਂ, ਬਲਕਿ ਸਮਝ ਵਿੱਚ ਇਹ ਆਉਂਦਾ ਵੀ ਪੰਜਾਬ ਦੀ ਪੂਰੀ ਸਰਕਾਰ ਤੇ ਪੂਰਾ ਤੰਤਰ ਉਸ ਵਕਤ ਸੁਮੇਧ ਸਿੰਘ ਸੈਣੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦਾ ਹੈ। ਸੁਮੇਧ ਸਿੰਘ ਸੈਣੀ ਦੇ ਖਿਲਾਫ ਅਪਰਾਧਿਕ ਮਾਮਲੇ ਦੀ ਸੈਂਕਸ਼ਨ ਤੱਕ ਦੇਣ ਦੇ ਵਿੱਚ ਅਫਸਰਾਂ ਨੂੰ ਬੜੀ ਤਕਲੀਫ ਹੋ ਰਹੀ ਹੁੰਦੀ ਹੈ। ਸੁਮੇਧ ਸਿੰਘ ਸੈਣੀ ਹਰੋ ਹੱਥਕੰਡਾ ਵਰਤਦਾ ਹੈ, ਕਿਉਂਕਿ ਉਹ ਇੱਕ ਐਸਾ ਵਕਤ ਹੁੰਦਾ ਹੈ ਜਦੋਂ ਅੱਤਵਾਦ ਤੇ ਦਹਿਸ਼ਤ ਆਪਣੇ ਪੂਰੇ ਸਿਖਰ ਤੇ ਹੁੰਦੇ ਨੇ ਤੇ ਉਸੇ ਸਾਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਵੀ ਅਸੈਸੀਨੇਟ ਕੀਤਾ ਜਾਂਦਾ ਹੈ। ਸੋ ਕੁੱਲ ਮਿਲਾ ਕੇ ਜਦੋਂ ਇਹ ਘਟਨਾਵਾਂ ਰਲਦੀਆਂ ਨੇ ਤਾਂ ਇੱਕ ਪਾਸੇ ਪੰਜਾਬ ਪੁਲਿਸ ਦਾ ਦਬਾਅ, ਬੇਅੰਤ ਸਿੰਘ ਦੇ ਹੱਤਿਆਕਾਂਡ ਤੋਂ ਬਾਅਦ ਉੱਭਰੀ ਹੋਈ ਇੱਕ ਐਸੀ ਸਥਿਤੀ
ਬਣ ਰਹੀ ਹੁੰਦੀ ਆ ਉਹਨਾਂ ਕੁਝ ਦਿਨਾਂ ਦੇ ਵਿੱਚ, ਜਦੋਂ ਕਿ ਉਸ ਵਕਤ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜ ਹੁੰਦੇ ਨੇ, ਖਾਸ ਕਰਕੇ ਜਸਟਿਸ ਵੀਕੇ ਝਾਂਜੀ, ਉਹ ਵੀ ਆਪਣੇ ਆਪ ਨੂੰ ਇੱਕ ਐਸੇ ਤਣਾਅ ਤੇ ਇੱਕ ਐਸੀ ਸਥਿਤੀ ਵਿੱਚ ਪਾਉਂਦੇ ਨੇ ਜਿੱਥੇ ਕਿ ਉਹ ਵੀ ਬੇਚਾਰਗੀ ਮਹਿਸੂਸ ਕਰਦੇ ਨੇ, ਬੇਚਾਰੇ ਬਣ ਜਾਂਦੇ ਨੇ। ਜਸਟਿਸ ਝਾਂਜੀ ਨੇ ਜਿਸ ਤਰੀਕੇ ਦੇ ਆਰਡਰ ਪਾਸ ਕੀਤੇ ਨੇ, ਜਾਂ ਇਹਨਾਂ ਪੂਰੇ ਮਾਮਲਿਆਂ ਦੀ ਸੁਣਵਾਈਆਂ ਦੇ ਦੌਰਾਨ, ਜਾਂ CBI ਜਾਂਚ ਦੇ ਆਦੇਸ਼ ਦੇਣ, ਜਾਂ ਫਿਰ ਉਸ ਤੋਂ ਬਾਅਦ ਦੀ ਜਿਹੜੀ ਕਾਰਵਾਈ ਹੁੰਦੀ ਹੈ ਉਸ ਦੇ ਵਿੱਚ ਜੋ ਕੁਝ ਦੱਸਿਆ ਹੈ ਉਹ ਬਹੁਤ ਹੀ ਜ਼ਿਆਦਾ ਸਵਾਲ ਖੜੇ ਕਰ ਦੇਣ ਵਾਲਾ ਹੈ। ਉਹ ਇੱਕ ਰੋਸ਼ਨੀ ਵੀ ਪਾਉਂਦਾ ਉਸ ਵਕਤ ਦੇ ਤੰਤਰ ਤੇ, ਉਸ ਵਕਤ ਦੇ ਸਿਸਟਮ ਤੇ, ਜਦੋਂ ਕਿ ਨਾ ਤਾਂ ਰੂਲ ਆਫ ਲਾਅ ਸੀ, ਤੇ ਕੋਈ ਰੂਲ ਆਫ ਲਾਅ ਸੀ ਤਾਂ ਸੁਮੇਧ ਸਿੰਘ ਸੈਣੀ ਸੀ, ਜੋ ਕਿ ਅਦਾਲਤਾਂ ਦੇ ਆਰਡਰਾਂ ਨੂੰ ਫਾੜ ਕੇ ਡਸਟਬਿਨ ਦੇ ਡੱਬਿਆਂ 'ਚ ਮੁਲਜ਼ਮਾਂ ਦੇ ਸਾਹਮਣੇ ਸਿੱਟ ਦਿੰਦਾ ਹੁੰਦਾ ਸੀ। ਉਹੀ ਸੁਮੇਧ ਸਿੰਘ ਸੈਣੀ ਜੋ ਕਿ ਦਿਨ ਵਿੱਚ ਬੇਲ ਮਿਲਣ ਵਾਲੇ ਮੁਲਜ਼ਮਾਂ ਨੂੰ ਰਾਤ ਨੂੰ ਚਕਵਾ ਲੈਂਦਾ ਹੈ, ਤੇ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਤੱਕ ਅੱਜ ਤੱਕ ਇਸ ਪੂਰੇ ਘਟਨਾਕ੍ਰਮ ਦੇ 3 ਦਹਾਕੇ ਲਗਭਗ ਬੀਤ ਚੁੱਕੇ ਹੈਗੇ ਨੇ, ਉਸ ਤੋਂ ਬਾਅਦ ਵੀ ਨਹੀਂ ਮਿਲਦੀਆਂ। ਸਵਾਲ ਇਹੀ ਖੜਾ ਹੁੰਦਾ ਵੀ ਸੁਮੇਧ ਸਿੰਘ ਸੈਣੀ ਵਰਗਿਆਂ ਤੇ ਨੱਥ ਕੌਣ ਪਾਏਗਾ। ਜੇ ਬਲਵੰਤ ਸਿੰਘ ਮੁਲਤਾਨੀ ਦੇ ਕੇਸ ਵਿੱਚ ਸੁਮੇਧ ਸਿੰਘ ਸੈਣੀ ਬਹੁਤ ਸੌਖੇ ਤਰੀਕੇ ਨਾਲ ਬਲੈਂਕਟ ਬੇਲ ਲੈ ਲੈਂਦੇ ਨੇ। ਜੇ ਬੇਅਦਬੀਆਂ ਦੇ ਨਾਲ ਜੁੜੇ ਹੋਏ ਕੋਟ ਕਪੂਰਾ ਫਾਇਰਿੰਗ ਕਾਂਡ ਦੇ ਵਿੱਚ ਸੁਮੇਧ ਸਿੰਘ ਸੈਣੀ ਜਾਂ ਫਿਰ ਉਸ ਦੀ ਪ੍ਰੋਕਸੀ ਪਟੀਸ਼ਨਸ ਦੇ ਉੱਤੇ ਅਦਾਲਤਾਂ ਰਿਲੀਫ ਤੋਂ ਬਾਅਦ ਰਿਲੀਫ ਦੇ ਰਹੀਆਂ ਨੇ, ਤਾਂ ਇਨਸਾਫ ਕੌਣ ਕਰੇਗਾ। ਮੁਲਤਾਨੀ ਦੇ ਕੇਸ ਦੇ ਵਿੱਚ, ਕੋਟ ਕਪੂਰਾ ਗੋਲੀकांड ਦੇ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਦੇ ਹੱਥ ਪਾਣਾ ਮੁਸ਼ਕਿਲ ਨਹੀਂ ਬਲਕਿ ਨਾਮੁਮਕਿਨ ਜਿਹਾ ਲੱਗਦਾ ਹੈ, ਕਿਉਂਕਿ ਜਿਹੜਾ ਕੇਸ ਅਸੀਂ ਤੁਹਾਨੂੰ ਦੱਸ ਰਹੇ ਹਾਂ, ਜਿਸ ਵਿੱਚ ਕਿ ਸੈਣੀ ਮੋਟਰਸ ਜਾਂ ਫਿਰ ਵਾਲੀਆ ਪਰਿਵਾਰ, ਜਿਸ ਦੇ 3 ਜੀਆਂ ਨੂੰ ਮਾਰਤਾ ਗਿਆ, ਉਹਨਾਂ ਦੇ ਡਰਾਈਵਰ ਸਣੇ, ਉਸ ਪਰਿਵਾਰ ਦੀ ਤਰਾਸਦੀ ਤੇ ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਜੋ ਇਹਨਾਂ ਟਰਾਇਲਸ ਦਾ ਜਾਂ ਇਹ ਮੁਕੱਦਮੇਬਾਜ਼ੀ ਦਾ ਹਸ਼ਰ ਹੋਇਆ, ਜੇ ਅਸੀਂ ਇਸ ਨੂੰ ਧਿਆਨ ਨਾਲ ਵੇਖੀਏ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ, ਕਿਉਂਕਿ ਕਈ ਸਾਲ ਤੱਕ, ਕਈ ਦਹਾਕਿਆਂ ਤੱਕ ਇਹ ਮਾਮਲਾ ਕਿਵੇਂ ਅਦਾਲਤਾਂ ਦੀ ਚੌਖਟਾਂ ਦੇ ਉੱਤੇ ਰੇਂਗਦਾ ਨਜ਼ਰ ਆ ਰਿਹਾ ਹੈ। ਇਸ ਪੂਰੇ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ ਨੇ ਕਿਵੇਂ ਪੂਰੇ ਅਦਾਲਤ ਦੀ ਕਾਰਵਾਈਆਂ ਨੂੰ, ਅਦਾਲਤ ਵੀ ਕੋਈ ਛੋਟੀ ਮੋਟੀ ਅਦਾਲਤਾਂ ਨਹੀਂ ਬਲਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਪੱਧਰ ਤੱਕ ਕਿਸ ਲੈਵਲ ਤੇ ਮੈਨੀਪੂਲੇਸ਼ਨ ਕੀਤੀ, ਇਸ ਚੀਜ਼ ਦੀ ਗੱਲਬਾਤ ਕਰਨੀ ਜ਼ਰੂਰ ਬਣਦੀ ਹੈ। ਕੁਝ ਹੋਰ ਚੀਜ਼ਾਂ ਹੈਗੀਆਂ ਨੇ ਇਸ ਤਫਤੀਸ਼ ਦੇ ਨਾਲ ਜੁੜੀਆਂ ਹੋਈਆਂ, ਜਿਸ ਦਾ ਬਖਾਨ ਕਰਨਾ ਜ਼ਰੂਰ ਬਣਦਾ ਹੈ, ਕਿਉਂਕਿ ਵਿਨੋਦ ਕੁਮਾਰ, ਅਸ਼ੋਕ ਕੁਮਾਰ ਤੇ ਮੁਖਤਿਆਰ ਸਿੰਘ ਤੇ ਉਸ ਤੋਂ ਬਾਅਦ ਪੁਲਿਸ ਦਾ ਇਹ ਸਥਾਪਿਤ ਕਰਨਾ ਕਿ ਇਹ ਤਿੰਨੋਂ ਤਾਂ ਆਪਣੀ ਮਰਜ਼ੀ ਦੇ ਨਾਲ ਚਲੇ ਗਏ ਨੇ ਤੇ ਇਹਨਾਂ ਦੇ ਪਰਿਵਾਰਾਂ ਨੂੰ ਤਾਂ ਇਸ ਬਾਰੇ ਕੁਝ ਪਤਾ ਹੀ ਨਹੀਂ, ਇਹ ਆਪਣੇ ਆਪ ਵਿੱਚ ਬਹੁਤ ਹੀ ਵੱਡੀ ਇੱਕ ਪਹੇਲੀ ਵੀ ਨੇ ਤੇ ਗੁੰਝਲਦਾਰ ਮਿਸਟਰੀ ਵੀ ਹੈ। ਇਹ ਦੱਸ ਦਈਏ ਕਿ ਇਸ ਤੋਂ ਬਾਅਦ ਦਾ ਘਟਨਾਕ੍ਰਮ ਹੋਰ ਵੀ ਹੈਰਾਨ ਕਰ ਦੇਣ ਵਾਲਾ ਹੈ। ਇਹ 3 ਲੋਕਾਂ ਦੇ ਗਾਇਬ ਹੋਣ ਤੋਂ ਬਾਅਦ ਸੁਮੇਧ ਸਿੰਘ ਸੈਣੀ ਦਾ ਦਬਾਅ ਫੇਰ ਵਾਲੀਆ ਪਰਿਵਾਰ ਦੇ ਉੱਤੇ ਬਣਨਾ ਸ਼ੁਰੂ ਹੋ ਜਾਂਦਾ ਹੈ। ਵਿਨੋਦ ਕੁਮਾਰ, ਅਸ਼ੋਕ ਕੁਮਾਰ ਤੇ ਮੁਖਤਿਆਰ ਸਿੰਘ ਦੇ ਕਥਿਤ ਤੌਰ ਤੇ ਕਿਡਨੈਪ ਕੀਤੇ ਜਾਣਾ ਜਾਂ ਫਿਰ ਉਹਨਾਂ ਨੂੰ ਕਥਿਤ ਤੌਰ ਤੇ ਮਾਰ ਮੁਕਾਉਣਾ, ਕਿਉਂਕਿ ਉਹਨਾਂ ਦੇ ਹਜੇ ਤੱਕ ਮ੍ਰਿਤਕ ਦੇਹ ਨਹੀਂ ਮਿਲੇ ਹੈਗੇ ਨੇ, ਡੈਡ ਬੋਡੀਜ਼ ਨਹੀਂ ਮਿਲੀਆਂ ਨੇ, ਤਾਂ ਇਸ ਵਾਸਤੇ ਅਦਾਲਤਾਂ ਲਈ ਚੁਣੌਤੀ ਸੀ, ਤਫਤੀਸ਼ ਏਜੰਸੀਆਂ ਲਈ ਚੁਣੌਤੀ ਸੀ ਕਿ ਅਸਿਊਮ ਕਿਵੇਂ ਕੀਤਾ ਜਾਏ ਕਿ ਉਹਨਾਂ ਦੀ ਹੱਤਿਆ ਕਰਤੀ ਗਈ ਹੈ, ਜਦੋਂ ਕਿ ਪੁਲਿਸ ਤੇ ਸੁਮੇਧ ਸਿੰਘ ਸੈਣੀ ਦੀ ਜਿਹੜੀਆਂ ਟੀਮਾਂ ਸਨ ਉਹ ਲਗਾਤਾਰ ਇਹ ਸਾਬਤ ਤੇ ਸਥਾਪਿਤ ਕਰਨਾ ਚਾਹ ਰਹੀਆਂ ਸਨ ਕਿ ਉਹ ਲੋਕ ਤਾਂ ਜਿਉਂਦੇ ਨੇ, ਆਪਣੀ ਮਰਜ਼ੀ ਨਾਲ ਭਗੌੜੇ ਹੋਏ ਨੇ ਤੇ ਵਿਦੇਸ਼ਾਂ ਵੀ ਜਾ ਕੇ ਸੈਟਲ ਹੋ ਗਏ ਨੇ ਜਾਂ ਕਿਸੇ ਨੇਪਾਲ ਦੇ ਕੋਨੇ ਦੇ ਵਿੱਚ ਬੈਠੇ ਨੇ, ਲੇਕਿਨ ਇਹ ਸੱਚ ਨਹੀਂ ਸੀ। ਇਸ ਪ੍ਰੋਗਰਾਮ ਦੀ ਅਗਲੀ ਲੜੀ, ਕਿਉਂਕਿ ਇੱਕ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਅੱਜ ਦਾ ਸਮਾਂ ਇੰਨਾ ਕੀ ਸੀ, ਲੇਕਿਨ ਅਗਲੀ ਲੜੀ ਦੇ ਵਿੱਚ ਮੈਂ ਤੁਹਾਨੂੰ ਜਾਣੂ ਕਰਾਵਾਂਗਾ ਕਿ ਇਹ ਮਾਮਲੇ ਦੇ ਵਿੱਚ CBI ਤਫਤੀਸ਼ ਤੋਂ ਬਾਅਦ ਵੀ ਕਿਉਂ ਮਾਮਲਾ ਇੱਕ ਕਛੂਏ ਦੀ ਰਫ਼ਤਾਰ ਤੇ ਤੁਲਿਆ, ਕਿਉਂ ਇਸ ਮਾਮਲੇ ਦੀ ਤਫਤੀਸ਼ ਵੀ ਰਹੇਗੀ ਤੇ ਤਫਤੀਸ਼ ਜਦੋਂ ਮੁਕੰਮਲ ਹੋਗੀ ਤਾਂ ਉਸ ਤੋਂ ਬਾਅਦ ਚਲਾਨ ਦਾਇਰ ਕਰਨ ਤੋਂ ਲੈ ਕੇ ਚਾਰਜ ਫਰੇਮ ਕਰਨ ਤੱਕ ਤੇ ਉਸ ਤੋਂ ਬਾਅਦ ਅੱਜ ਇਸ ਪੂਰੇ ਮਾਮਲੇ ਦੇ ਵਿੱਚ ਫੈਸਲਾ ਨਾ ਹੋਣ ਦੇਣਾ, ਇਸ ਵਿੱਚ ਸੁਮੇਧ ਸਿੰਘ ਸੈਣੀ ਜਾਂ ਫਿਰ ਉਸ ਮਜ਼ਬੂਤ ਪਾਵਰਫੁਲ ਲੌਬੀ ਦਾ ਕੀ ਰੋਲ ਹੈ, ਕਿਉਂ ਆਖਿਰ ਇਸ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲ ਪਾਇਆ। ਅਗਲੇ ਵੀਡੀਓ ਦੇ ਵਿੱਚ ਇਸ ਭਾਗ ਨੂੰ ਕੰਟੀਨਿਊ ਕਰਾਂਗੇ, ਇਸ ਅਹਿਮ ਤੇ ਸਭ ਤੋਂ ਸਨਸਨੀਖੇਜ਼ ਅਪਰਾਧਿਕ ਮੁਕੱਦਮੇ ਦੀ ਅਗਲੀਆਂ ਪਰਤਾਂ ਫਰੋਲਾਂਗੇ।